ਕੋਈ ਖਿਤਾਬ ਸਵੀਕਾਰ ਨਹੀਂ ਕਰੇਗਾ। ਧਾਰਾ 21 ਕਿਸੇ ਵਿਅਕਤੀ ਨੂੰ ਆਪਣੇ ਪ੍ਰਾਣ ਅਤੇ ਸਰੀਰਕ ਸੰਵਿਧਾਨ ਸਵਾਧੀਨਤਾ ਤੋਂ ਵਿਧੀ ਦੁਆਰਾ ਸਥਾਪਿਤ ਪ੍ਰਬੰਧ ਨੂੰ ਛੱਡ ਕੇ ਹੋਰ ਕਿਸੇ ਤਰ੍ਹਾਂ ਵਾਂਝਾ ਨਹੀਂ ਕੀਤਾ ਜਾਵੇਗਾ। ਧਾਰਾ 23 ਮਨੁੱਖ ਦੀ ਖਰੀਦਦਾਰੀ ਅਤੇ ਬਗਾਰ ਇਸੇ ਪ੍ਰਕਾਰ ਦਾ ਹੋਰ ਜ਼ਬਰਦਸਤੀ ਲਿਆ ਕੰਮ ਮਨ੍ਹਾ ਕੀਤਾ ਜਾਂਦਾ ਹੈ। ਜਿਹੜੀ ਧਾਰਾ 23 ਹੈ ਉਹ ਮਨੁੱਖ ਨੂੰ ਖਰੀਦਣ ਨਹੀਂ, ਮਨੁੱਖ ਦੀ ਵਿਕਰੀ ਨਹੀਂ ਹੋਵੇਗੀ ਔਰ ਮਨੁੱਖ ਦੇ ਕੋਲੋਂ ਜਬਰੀ ਕੰਮ ਨਹੀਂ ਕਰਾਇਆ ਜਾਵੇਗਾ ਬਗੈਰ ਪੈਸਿਆਂ ਤੋਂ, ਉਸ ਤੋਂ ਬਗਾਰ ਨਹੀਂ ਕਰਾਈ ਜਾਵੇਗੀ। ਪਹਿਲਾਂ ਬਗਾਰ ਹੁੰਦੀ ਸੀ, ਮਨੁੱਖ ਨੂੰ ਵੇਚਿਆ ਜਾਂਦਾ ਸੀ। ਧਾਰਾ 24 ਜਿਹੜੀ ਹੈ ਉਹ 14 ਵਰਸ਼ ਤੋਂ ਘੱਟ ਉਮਰ ਵਾਲੇ ਕਿਸੇ ਬਾਲਕ ਨੂੰ ਕਿਸੇ ਖਤਰਨਾਕ ਨੌਕਰੀ ਵਿੱਚ ਨਹੀਂ ਲਗਾਇਆ ਜਾਵੇਗਾ। ਧਾਰਾ 28 ਰਾਜ ਦੁਆਰਾ ਪੂਰੀ ਤਰ੍ਹਾਂ ਬਣਾਈ ਗਈ ਕਿਸੇ ਸਿੱਖਿਆ ਸੰਸਥਾ 'ਚ ਕੋਈ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾਵੇਗੀ। ਸੰਵਿਧਾਨ ਰਾਹੀਂ ਆਰੀਆ ਵਰਤ, ਜੰਬੂ ਦੀਪ, ਹਿੰਦੁਸਤਾਨ ਆਦਿ ਨਾਵਾਂ ਦੀ ਥਾਂ ਪਹਿਲੀ ਵਾਰ ਭਾਰਤ ਨਾਂ ਦਿੱਤਾ ਗਿਆ, ਜਿਸ ਦਾ ਅਰਥ ਹੈ ਸੱਚ ਨੂੰ ਬਚਾਉਣ ਵਾਲਾ ਭਾਰਤ। ਸੰਵਿਧਾਨ ਰਾਹੀਂ ਬਰਾਬਰੀ, ਆਜ਼ਾਦੀ, ਭਾਈਚਾਰਾ, ਭਰਾਤਰੀ ਭਾਵ ਅਤੇ ਇਨਸਾਫ ਦੀ ਨੀਂਹ ਰੱਖੀ ਗਈ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਇੱਕ ਮੰਗ ਪੱਤਰ ਤਿਆਰ ਕੀਤਾ, ਜਿਸ ਰਾਹੀਂ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਪਛੜੀਆਂ ਸ਼੍ਰੇਣੀਆਂ, ਰਾਜਾਂ ਅਤੇ ਘੱਟ ਗਿਣਤੀਆਂ ਦੇ ਅਧਿਕਾਰ ਨਵੇਂ ਭਾਰਤੀ ਸੰਵਿਧਾਨ ਵਿੱਚ ਸੁਰੱਖਿਅਤ ਕੀਤੇ ਜਾਣ ਦੀ ਮੰਗ ਰੱਖੀ ਗਈ। ਅਤੇ ਇਸ ਮੰਗ ਪੱਤਰ ਵਿੱਚ ਸੰਵਿਧਾਨਕ ਧਾਰਾ ਵਾਂਗ ਹੀ ਲਿਖਿਆ ਗਿਆ ਸੀ ਕਿ ਇਸ ਨੂੰ ਸੰਵਿਧਾਨ ਵਿੱਚ ਦਰਜ ਕੀਤਾ ਜਾਵੇ, ਪਰੰਤੂ ਨਹਿਰੂ, ਪਟੇਲ, ਰਜਿੰਦਰ ਪ੍ਰਸਾਦ, ਐਸ ਮੁਖਰਜੀ, KM ਮੁਨਸ਼ੀ ਆਦਿ ਨੇ ਇਸ ਦਾ ਡਟਵਾਂ ਵਿਰੋਧ ਕੀਤਾ, ਕਿਉਂਕਿ ਉਹ ਬਾਬਾ ਸਾਹਿਬ ਦੇ ਵਿਰੋਧੀ ਸਨ। ਪਰ ਬਾਬਾ ਸਾਹਿਬ ਜੀ ਬਹੁਤ ਪੜ੍ਹੇ ਲਿਖੇ ਸਨ, ਉਸ ਵੇਲੇ ਦੁਨੀਆ ਦੇ 6ਵੇਂ ਪੜ੍ਹੇ ਲਿਖੇ ਸਨ ਬਾਬਾ ਸਾਹਿਬ। ਔਰ ਬਾਬਾ ਸਾਹਿਬ ਜੀ ਨੇ ਹੋਰ ਧਾਰਾ 15, 23, 29 ਔਰ 25 ਵਿੱਚ ਧਰਮ, ਨਸਲ, ਜਾਤ ਅਤੇ ਲਿੰਗ ਦੇ ਆਧਾਰ 'ਤੇ ਕੀਤੇ ਜਾਂਦੇ ਵਿਤਕਰਿਆਂ ਦੀ ਮਨਾਹੀ ਕੀਤੀ ਹੈ, ਜੋ ਸਧਾਰਨ ਜੀਵਨ ਦੇ ਆਮ ਖੇਤਰਾਂ ਨਾਲ ਸੰਬੰਧਿਤ ਹਨ। ਧਾਰਾ 46, 330 ਅਤੇ 335। ਧਾਰਾ 46 ਵਿੱਚ ਵਿੱਦਿਅਕ ਅਤੇ ਆਰਥਿਕ ਖੇਤਰਾਂ ਵਿੱਚੋਂ ਕਮਜ਼ੋਰ ਵਰਗਾਂ, ਵਿਸ਼ੇਸ਼ ਕਰਕੇ ਅਛੂਤਾਂ, SC ST ਦੀ ਉੱਨਤੀ ਲਈ ਵਿਸ਼ੇਸ਼ ਧਿਆਨ ਦੇਣ ਦਾ ਨਿਰਦੇਸ਼ ਦਿੱਤਾ ਹੈ ਅਤੇ ਉਹਨਾਂ ਲੋਕਾਂ ਨੂੰ ਸਮਾਜਿਕ ਬੇਇਨਸਾਫੀ ਅਤੇ ਸ਼ੋਸ਼ਣ ਤੋਂ ਬਚਾਉਣ ਦੀ ਗੱਲ ਕਹੀ ਗਈ ਹੈ। ਧਾਰਾ 330 ਵਿੱਚ ਕਮਜ਼ੋਰ ਵਰਗਾਂ ਲਈ ਲੋਕ ਸਭਾ ਵਿੱਚੋਂ ਸੀਟਾਂ ਦੇ ਰਾਖਵਾਂਕਰਨ ਦੀ ਸਹੂਲਤ ਹੈ। ਧਾਰਾ 332 ਵਿੱਚ ਰਾਜ ਵਿਧਾਨ ਸਭਾਵਾਂ ਅੰਦਰ ਇਹਨਾਂ ਦੇ ਕਮਜ਼ੋਰ ਵਰਗਾਂ ਦੇ ਰਾਖਵੇਂਕਰਨ ਦਾ ਪ੍ਰਬੰਧ ਕਰਦੀ ਹੈ। ਧਾਰਾ 335 ਸਰਕਾਰੀ ਨੌਕਰੀਆਂ ਵਿੱਚ ਉਹਨਾਂ ਵਰਗਾਂ ਨੂੰ ਵਿਸ਼ੇਸ਼ ਪ੍ਰਤੀਨਿਧਤਾ ਦੇਣ ਦੀ ਗੱਲ ਕਰਦੀ ਹੈ। ਧਾਰਾ 341 ਅਤੇ 342 ਰਾਸ਼ਟਰਪਤੀ ਨੂੰ ਜਾਤਾਂ ਸੰਬੰਧੀ ਅਧਿਆਦੇਸ਼ ਜਾਰੀ ਕਰਨ ਦਾ ਅਧਿਕਾਰ ਦਿੰਦੀ ਹੈ। ਧਾਰਾ 164 ਰਾਜਾਂ ਵਿੱਚ ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਦੀ ਭਲਾਈ ਲਈ ਮੰਤਰੀ ਨਿਯੁਕਤ ਕਰਨ ਦਾ ਆਦੇਸ਼ ਦਿੰਦੀ ਹੈ। ਧਾਰਾ 337 ਰਾਜਾਂ ਵਿੱਚ ਅਨੁਸੂਚਿਤ ਜਾਤੀਆਂ ਦੀ ਭਲਾਈ ਸੰਬੰਧੀ ਕਮਿਸ਼ਨ ਨਿਯੁਕਤ ਕਰਨ ਦਾ ਆਦੇਸ਼ ਦਿੰਦੀ ਹੈ। ਧਾਰਾ 338 ਵਿੱਚ ਅਨੁਸੂਚਿਤ ਜਾਤੀਆਂ ਜਨਜਾਤੀਆਂ ਵਾਸਤੇ ਇੱਕ ਵਿਸ਼ੇਸ਼ ਅਫਸਰ ਹੋਣ ਬਾਰੇ ਕਿਹਾ ਗਿਆ ਹੈ, ਜੋ ਇਹਨਾਂ ਦੀ ਸੁਰੱਖਿਆ ਸੰਬੰਧੀ ਮਾਮਲਿਆਂ ਦੀ ਜਾਂਚ ਕਰੇਗਾ। ਤਾਂ ਇਹ ਭਾਰਤੀ ਸੰਵਿਧਾਨ ਜੋ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ 26 ਜਨਵਰੀ 1950 ਨੂੰ ਲਾਗੂ ਕੀਤਾ ਸੀ ਔਰ 26 ਨਵੰਬਰ 1949 ਨੂੰ ਇਹ 2 ਸਾਲ 11 ਮਹੀਨੇ 18 ਦਿਨ ਲਾ ਕੇ ਕੰਪਲੀਟ ਕਰ ਦਿੱਤਾ ਸੀ। ਔਰ ਉਸੇ ਹੀ ਦਿਨ ਰਜਿੰਦਰ ਪ੍ਰਸਾਦ ਜੋ ਸੰਵਿਧਾਨ ਸਭਾ ਦੇ ਚੇਅਰਮੈਨ ਸਨ, ਉਹਨਾਂ ਨੂੰ ਸੌਂਪਿਆ ਸੀ। ਔਰ ਸੰਵਿਧਾਨ ਲਿਖਣ ਦੇ ਚੇਅਰਮੈਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਸਨ ਔਰ ਬਾਕੀ ਦੇ ਜਿਹੜੇ ਨਾਲ ਸਾਥੀ ਸਨ 5-6 ਹੋਰ, ਉਹ ਕੋਈ ਇੱਕ ਮਰ ਗਿਆ, ਇੱਕ ਬਾਹਰ ਚਲੇ ਗਿਆ, ਇੱਕ ਬਿਮਾਰ ਰਹਿਣ ਲੱਗ ਗਿਆ, ਇੱਕ ਕੋਲ ਨਹੀਂ ਆਇਆ, ਦੂਰ ਰਹਿੰਦਾ ਸੀ, ਅਤੇ ਇੱਕ ਦਿੱਲੀ ਦੇ ਵਿੱਚ ਰਹਿੰਦਾ ਸੀ। ਉਸ ਨੇ ਮਾੜੀ ਮੋਟੀ ਬਾਬਾ ਸਾਹਿਬ ਦੀ ਮਦਦ ਕੀਤੀ। ਬਾਕੀ ਸਾਰਾ ਹੀ ਕੰਮ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਲਿਖਿਆ ਔਰ ਕੀਤਾ। ਔਰ ਬਾਬਾ ਸਾਹਿਬ ਜੀ ਨੇ ਆਪਣੇ ਹਿਸਾਬ ਦੇ ਨਾਲ ਬਹੁਤ ਕੁਝ ਇਸ ਸੰਵਿਧਾਨ ਦੇ ਵਿੱਚ ਲਿਖਣਾ ਸੀ, ਪਰ ਉਹ ਮਨੂਵਾਦੀ ਟੋਲਾ ਬਾਬਾ ਸਾਹਿਬ ਦੀ ਲਿਖਤ ਨੂੰ 2-2, 3-3 ਵਾਰੀ ਪੜ੍ਹਦੇ, ਚੈੱਕ ਕਰਦੇ ਔਰ ਫਿਰ ਬਾਬਾ ਸਾਹਿਬ ਨੂੰ ਦੱਸਦੇ ਕਿ ਇੱਥੋਂ ਇੱਦਾਂ ਨਹੀਂ ਇੱਦਾਂ ਲਿਖ, ਇੱਥੋਂ ਇੱਦਾਂ ਨਹੀਂ ਇੱਦਾਂ ਲਿਖ। ਫਿਰ ਵੀ ਬਾਬਾ ਸਾਹਿਬ ਨੇ ਬਹੁਤ ਕੁਝ ਲਿਖਿਆ ਸਾਡੇ ਲਈ। ਔਰ ਹੁਣ ਬੇਈਮਾਨ ਲੋਕ ਇਸ ਸੰਵਿਧਾਨ ਨੂੰ ਖਤਮ ਕਰਨ 'ਤੇ ਤੁਲੇ ਹੋਏ ਹਨ, ਕਿਉਂਕਿ ਜਦੋਂ ਇਹ ਸੰਵਿਧਾਨ ਲਿਖਿਆ ਉਸ ਵੇਲੇ ਵੀ ਮਨੂਵਾਦੀ ਲੋਕਾਂ ਨੇ, RSS ਦੇ ਲੋਕਾਂ ਨੇ
ਉਸ ਦੇ ਉੱਤੇ ਸਾਈਨ ਨਹੀਂ ਕੀਤੇ, ਔਰ ਜਿਹੜੇ 3-4 ਸਿੱਖ ਵੀ ਉਸ ਵੇਲੇ ਮੈਂਬਰ ਪਾਰਲੀਮੈਂਟ ਸਨ, ਉਹਨਾਂ ਨੇ ਵੀ ਉਸ ਵੇਲੇ ਸਾਈਨ ਨਹੀਂ ਕੀਤੇ, ਉਹ RSS ਦੇ ਮਗਰ ਲੱਗ ਕੇ। ਇਸੇ ਕਰਕੇ ਸਿੱਖ ਅਜੇ ਤੱਕ ਵੀ ਸੰਵਿਧਾਨ ਨੂੰ ਨਹੀਂ ਮੰਨਦੇ ਕਿ 25 ਧਾਰਾ ਦੇ ਵਿੱਚ ਗਲਤ ਲਿਖਿਆ ਹੈ, ਜਦ ਕਿ 25 ਧਾਰਾ ਦੇ ਵਿੱਚ ਕੁਝ ਵੀ ਗਲਤ ਨਹੀਂ ਲਿਖਿਆ। ਤਾਂ ਇਸ ਕਰਕੇ ਅੱਜ ਸੰਵਿਧਾਨ ਦਿਵਸ ਦੇ ਉੱਤੇ ਮੈਂ ਸਾਰੇ ਹੀ ਸਾਥੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ। ਆਓ ਸਾਰੇ ਇਕੱਠੇ ਹੋ ਕੇ ਇਸ ਸੰਵਿਧਾਨ ਦੀ ਰੱਖਿਆ ਕਰੀਏ, ਕਿਉਂਕਿ ਸੰਵਿਧਾਨ ਹੈ ਤਾਂ ਅਸੀਂ ਹਾਂ, ਸੰਵਿਧਾਨ ਹੈ ਤਾਂ ਸਾਡੀ ਹੋਂਦ ਹੈ। ਅਗਰ ਇਹ ਸੰਵਿਧਾਨ ਖਤਮ ਹੋ ਗਿਆ ਤਾਂ ਬੇਈਮਾਨ ਲੋਕ ਫਿਰ ਤੋਂ ਮਨੂ ਸਿਮਰਤੀ ਸ਼ੁਰੂ ਕਰ ਦੇਣਗੇ, ਔਰ ਮਨੂ ਸਿਮਰਤੀ ਦੇ ਵਿੱਚ ਸਾਨੂੰ ਗਧਿਆਂ, ਕੁੱਤਿਆਂ, ਬਿੱਲਿਆਂ ਦੇ ਹੈਸੀਅਤ ਦੇ ਨਾਲ ਜਾਣਿਆ ਜਾਂਦਾ ਹੈ। ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਕੱਠੇ ਹੋ ਕੇ ਇਸ ਨੂੰ ਬਚਾਉਣ ਦੀ ਮੁਹਿੰਮ ਦੇ ਵਿੱਚ ਲੱਗੀਏ, ਔਰ ਸਾਰੇ ਹੀ ਅੱਜ 26 ਜਨਵਰੀ 1950 ਨੂੰ ਇਸ ਨੂੰ ਜਾਣੀਏ, ਇਸ ਨੂੰ ਸਮਝੀਏ, ਇਸ ਨੂੰ ਪੜ੍ਹੀਏ, ਔਰ ਹੋਰ ਜਨ ਤੱਕ ਇਸ ਦੀ ਜਾਣਕਾਰੀ ਭੇਜੀਏ, ਦਈਏ ਲੋਕਾਂ ਨੂੰ ਜਾਣਕਾਰੀ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਭਾਰਤੀ ਸੰਵਿਧਾਨ ਦੇ ਵਿੱਚ ਕਿਆ ਲਿਖਿਆ ਹੋਇਆ ਹੈ। ਕਿਉਂਕਿ ਭਾਰਤੀ ਸੰਵਿਧਾਨ ਹੀ ਇੱਕ ਇੱਦਾਂ ਦਾ ਗ੍ਰੰਥ ਹੈ, ਇੱਦਾਂ ਦੀ ਕਿਤਾਬ ਹੈ ਭਾਰਤ ਦੀ, ਜੋ ਦੇਸ਼ ਨੂੰ ਚਲਾਉਂਦੀ ਹੈ, ਔਰ ਇਸ ਸੰਵਿਧਾਨ ਦੇ ਨਾਲ ਹੀ ਸਾਡੀ ਹੋਂਦ ਹੈ। ਸਤਿਕਾਰਯੋਗ ਸਾਥੀਓ, ਅਗਰ ਸੰਵਿਧਾਨ ਹੀ ਨਾ ਰਿਹਾ ਤਾਂ ਸਾਡੀ ਹੋਂਦ ਖਤਮ ਹੋ ਜਾਵੇਗੀ। ਤਾਂ ਅੱਜ ਮੈਂ ਇਸ ਸੰਵਿਧਾਨ ਨੂੰ ਨਮਸਕਾਰ ਕਰਦਾ ਹਾਂ, ਔਰ ਸਾਥੀਆਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਸ ਸੰਵਿਧਾਨ ਨੂੰ ਸਮਝੋ, ਪੜ੍ਹੋ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਗੁਰਦੇਵ।